ਸਤਿ ਸ਼੍ਰੀ ਅਕਾਲ ਜੀ ਬੇਟਾ ਸਾਰਿਆਂ ਨੂੰ। ਇੱਕ ਵਾਰ ਫਿਰ ਹਾਜ਼ਰ ਹਾਂ ਬੇਟੇ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਪੰਜਾਬ ਟੈਟ ਸੀਰੀਜ਼ ਦੇ ਵਿੱਚ। ਅੱਜ ਵਾਲੀ ਜਿਹੜੀ ਵੀਡੀਓ ਹੈ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਹ ਤੁਹਾਡੇ ਪੂਰੇ ਇਸ ਕੋਰਸ ਦਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਟੌਪਿਕ ਕਵਰ ਕਰ ਰਹੀ ਹੈ। ਪਿਆਜੇ ਦੀ ਕੋਗਨੀਟਿਵ ਡਿਵੈਲਪਮੈਂਟ ਵਾਲੀ ਥਿਊਰੀ ਬੇਟਾ ਦੋ ਪਾਰਟ ਦੇ ਵਿੱਚ ਹੋਏਗੀ ਤੁਹਾਡੀ ਇਹ ਪੂਰੀ ਦੀ ਪੂਰੀ ਜਿਹੜੀ ਥਿਊਰੀ ਹੈ, ਰਾਈਟ ਬੇਟੇ। ਪਹਿਲੇ ਪਾਰਟ ਦੇ ਵਿੱਚ ਆਪਾਂ ਸਿਰਫ ਇਹਨਾਂ ਦੀਆਂ ਜਿਹੜੀਆਂ ਇੰਪੋਰਟੈਂਟ ਟਰਮਸ ਨੇ ਉਹਨਾਂ ਨੂੰ ਡਿਸਕਸ ਕਰਾਂਗੇ। ਸੈਕੰਡ ਪਾਰਟ ਦੇ ਵਿੱਚ ਜਿਹੜਾ ਥਿਊਰੀ ਔਰ ਉਸ ਦੀਆਂ ਜਿਹੜੀਆਂ ਵੱਖ-ਵੱਖ ਸਟੇਜਸ ਨੇ ਉਹਨਾਂ ਨੂੰ ਕਵਰ ਕਰਾਂਗੇ। ਅਗਰ ਤੁਹਾਡੀ ਜ਼ਿਆਦਾਤਰ ਜਿਹੜੀ ਡਿਮਾਂਡ ਆਉਂਦੀ ਹੈ ਅਗਰ ਤੁਹਾਡੇ ਬੱਚਿਆਂ ਦੇ ਵੱਲੋਂ, ਤਾਂ ਫਿਰ ਆਪਾਂ ਇੱਕ ਜਿਹੜੇ ਹੈ ਨੈਕਸਟ ਪਾਰਟ ਉਹਦੇ ਵਿੱਚ ਉਸਦੇ MCQ ਟਾਈਪ ਕੁਐਸਚਨਸ ਵਗੈਰਾ ਜਿਹੜੇ ਨੇ ਉਹ ਵੀ ਡਿਸਕਸ ਕਰ ਦੇਵਾਂਗੇ। ਮਤਲਬ 3 ਪਾਰਟ ਦੇ ਵਿੱਚ ਫਿਰ ਇਸ ਵੀਡੀਓ ਨੂੰ ਆਪਾਂ ਡਿਵਾਈਡ ਕਰ ਦਾਂਗੇ। ਸੋ ਹੋਰ ਜ਼ਿਆਦਾ ਟਾਈਮ ਖਰਾਬ ਨਾ ਕਰਦੇ ਹੋਏ ਆਪਾਂ ਬੇਟੇ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਆਪਣੀ। ਦੇਖੋ ਇਸ ਵੀਡੀਓ ਨੂੰ ਲੈ ਕੇ ਨਾ ਤੁਹਾਨੂੰ ਬੱਚਿਆਂ ਨੂੰ ਜਿਹੜਾ ਇਸ ਟੌਪਿਕ ਨੂੰ ਲੈ ਕੇ ਤੁਹਾਡੇ ਬੱਚਿਆਂ ਦੇ ਵਿੱਚ ਨਾ ਇੱਕ ਬਹੁਤ ਜ਼ਿਆਦਾ ਉਹ ਸ਼ੁਰੂ ਤੋਂ ਹੀ ਇੱਕ ਕੁਝ ਉਹ ਰਹਿੰਦਾ ਹੈ ਮਾਈਂਡ ਦੇ ਵਿੱਚ ਕਿ ਇਹ ਕਾਫੀ ਟਫ ਹੈ ਇਸ ਟੌਪਿਕ ਦੀ, ਜਾਂ ਸਮਝ ਨਹੀਂ ਲੱਗ ਰਹੀ ਜਿਹੜੀ ਇਹ ਸਾਡੀ ਜਿਹੜੀ ਥਿਊਰੀ ਹੈ ਉਹ ਥੋੜ੍ਹੀ ਜਿਹੀ ਔਖੀ ਹੈ ਕਿਉਂਕਿ ਇਹ ਵੱਖਰੇ ਵੱਖਰੇ ਤਰ੍ਹਾਂ ਦੀਆਂ ਕੁਝ ਟਰਮਸ ਆਉਂਦੀਆਂ ਨੇ, ਡਿਫਰੈਂਟ ਸਟੇਜਸ ਆਉਂਦੀਆਂ ਨੇ। ਹਰ ਸਟੇਜਸ ਦੇ ਵਿੱਚ ਕੁਝ ਜਿਹੜੇ ਨੇ ਉਹ ਡਿਫਰੈਂਟ ਤਰ੍ਹਾਂ ਦੇ ਕੰਸੈਪਟ ਆਉਂਦੇ ਨੇ। ਸੋ ਟੋਟਲੀ ਰਲਾਮ ਲਾ ਕੇ ਪੂਰੀ B.Ed ਦੇ ਵਿੱਚ ਇਹ ਥਿਊਰੀ ਜਿਹੜੀ ਹੈ ਤੁਹਾਨੂੰ ਕਾਫੀ ਜ਼ਿਆਦਾ ਡਰਾ ਕੇ ਰੱਖਦੀ ਹੈ ਅਗਰ ਤੁਸੀਂ ਬਹੁਤਾ ਜ਼ਿਆਦਾ ਧਿਆਨ ਨਾਲ ਨਹੀਂ ਪੜ੍ਹਿਆ ਹੁੰਦਾ ਤਾਂ। ਬਟ ਡੋਂਟ ਵਰੀ, ਇੱਥੇ ਤੁਹਾਨੂੰ ਜਿਹੜਾ ਹੈ ਉਸ ਨੂੰ ਹਰ ਇੱਕ ਚੀਜ਼ ਨੂੰ ਪੂਰੀ ਤਰ੍ਹਾਂ ਨਾਲ ਕ੍ਰਿਸਟਲ ਕਲੀਅਰ ਬੇਟਾ ਤੁਹਾਡੀ ਹਰ ਕੰਸੈਪਟ ਨੂੰ ਕੀਤਾ ਜਾਏਗਾ। ਇਸ ਵੀਡੀਓ ਤੋਂ ਬਾਅਦ ਆਈ ਐਮ ਸ਼ੋਰ ਕਿ ਤੁਹਾਨੂੰ ਬਿਲਕੁਲ ਵੀ ਕਿਸੇ ਵੀ ਹੋਰ ਕਿਤਾਬ ਤੋਂ ਇਸ ਨੂੰ ਪੜ੍ਹਨ ਦੀ ਜ਼ਰੂਰਤ ਜਿਹੜੀ ਉਹ ਨਹੀਂ ਪਏਗੀ। ਸੋ ਪਿਆਜੇ ਨੇ ਇੱਥੇ ਕੁਝ ਬੇਸਿਕ ਕੰਸੈਪਟ ਦੱਸੇ ਨੇ ਸਾਨੂੰ: ਸਕੀਮਾ, ਅਸਿਮੀਲੇਸ਼ਨ, ਅਕੋਮੋਡੇਸ਼ਨ ਔਰ ਇਕੁਇਲਿਬ੍ਰਮ। ਇਹ ਜਿਹੜੇ ਚਾਰੇ ਤੁਹਾਡੇ ਉਹ ਨੇ ਕੰਸੈਪਟ ਨੇ, ਜਿਹੜੀਆਂ ਟਰਮਸ ਨੇ, ਇਹਨਾਂ ਦੇ ਕੀ ਮੀਨਿੰਗ ਨੇ, ਕਿਸ ਤਰੀਕੇ ਨਾਲ ਇਹ ਜਿਹੜੀਆਂ ਨੇ ਇਸ ਚੀਜ਼ ਨੂੰ ਆਪਾਂ ਜਿਹੜਾ ਉਹ ਇੱਕ ਚੰਗੀ ਤਰ੍ਹਾਂ ਨਾਲ ਡਿਸਕਸ ਕਰਾਂਗੇ ਅੱਜ। ਔਰ ਫਿਰ ਨੈਕਸਟ ਵੀਡੀਓ ਦੇ ਵਿੱਚ ਆਪਾਂ ਅਗਲੇ ਪਾਰਟਸ ਦੇ ਵੱਲ ਚੱਲਾਂਗੇ। ਸੋ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਤਸਵੀਰ ਸ਼ੋਅ ਕਰਦਾ ਹਾਂ। ਤੁਸੀਂ ਇਸ ਪਿਕਚਰ ਨੂੰ ਦੇਖ ਕੇ ਇਹ ਦੱਸੋ ਕਿ ਇਹ ਕਿਹਨਾਂ ਦੀ ਪਿਕਚਰ ਹੈ। ਬਿਲਕੁਲ ਠੀਕ, ਹੁਣ ਤੱਕ ਤੁਹਾਡੇ ਸਾਰਿਆਂ ਦੇ ਦਿਮਾਗ ਨੇ ਤੁਹਾਨੂੰ ਇੱਕ ਆਨਸਰ ਦੇ ਦਿੱਤਾ ਹੋਏਗਾ ਕਿ ਇਹ ਪਿਕਚਰ ਹੈ ਸਚਿਨ ਤੰਦੂਲਕਰ ਜੀ ਦੀ, ਜਿਹੜੇ ਕਿ ਇੰਡੀਆ ਦੇ ਇੱਕ ਬਹੁਤ ਹੀ ਜ਼ਿਆਦਾ ਮਹਾਨ ਕ੍ਰਿਕਟਰ ਹੋਏ ਨੇ। ਔਰ ਇਹਨਾਂ ਨੇ ਆਪਣੇ ਦੇਸ਼ ਦੇ ਲਈ ਬਹੁਤ ਸਾਰਾ ਜਿਹੜਾ ਹੈ ਉਹ ਵਧੀਆ ਕ੍ਰਿਕਟ ਖੇਲੀ ਹੈ ਸਾਡੇ ਦੇਸ਼ ਦੇ ਲਈ, ਔਰ ਬਹੁਤ ਸਾਰੇ ਮੈਚ ਜਿਹੜੇ ਨੇ ਉਹ ਇੰਡੀਆ ਦੀ ਝੋਲੀ ਦੇ ਵਿੱਚ ਪਾਏ ਨੇ। ਦੇਖੋ ਜਦੋਂ ਮੈਂ ਤੁਹਾਨੂੰ ਇੱਕ ਕੁਐਸਚਨ ਕੀਤਾ ਬੇਟੇ ਕਿ ਇਹ ਕੌਣ ਨੇ, ਇਹਨਾਂ ਦਾ ਆਨਸਰ ਦਿਓ, ਤਾਂ ਤੁਹਾਡੇ ਮਾਈਂਡ ਨੇ ਉਸੇ ਵੇਲੇ, ਤੁਹਾਡੀਆਂ ਅੱਖਾਂ ਨੇ ਤੁਹਾਡੇ ਮਾਈਂਡ ਨੂੰ ਇਨਪੁਟ ਦਿੱਤੀ ਔਰ ਉਸਨੇ ਪ੍ਰੋਸੈਸ ਕਰਕੇ ਤੁਹਾਨੂੰ ਇੱਕ ਆਨਸਰ ਦੇ ਦਿੱਤਾ, ਰਾਈਟ। ਹੁਣ ਉਹ ਜਿਹੜਾ ਆਨਸਰ ਤੁਸੀਂ ਲੈ ਕੇ ਆਏ ਹੋ, ਉਹ ਆਨਸਰ ਕਿੱਥੋਂ ਆਇਆ, ਉਹ ਕੀ ਚੀਜ਼ ਹੁੰਦੀ ਹੈ, ਉਸ ਪੂਰਾ ਪ੍ਰੋਸੈਸ ਜਿਹੜਾ ਹੈ ਉਸ ਨੂੰ ਥੋੜ੍ਹਾ ਜਿਹਾ ਆਪਾਂ ਡਿਸਕਸ ਕਰਦੇ ਹਾਂ। ਦੇਖੋ ਸਾਡੇ ਬ੍ਰੇਨ ਦੇ ਅੰਦਰ ਨਾ ਇਸ ਤਰ੍ਹਾਂ ਦੇ ਬਹੁਤ ਸਾਰੇ ਨੌਲੇਜ ਨੇ, ਵੱਖਰੇ ਸੈਕਸ਼ਨ ਨੇ। ਕੋਈ ਸੈਕਸ਼ਨ ਹੈ ਫੂਡ ਦਾ ਹੈ, ਕਿਸੇ ਸੈਕਸ਼ਨ ਦੇ ਵਿੱਚ ਜਿਹੜੀ ਸਪੋਰਟਸ ਦੇ ਬਾਰੇ ਗੱਲਬਾਤ ਹੈ, ਕਿਸੇ ਸੈਕਸ਼ਨ ਦੇ ਵਿੱਚ ਹਾਲੀਵੁੱਡ ਬਾਲੀਵੁੱਡ ਮੂਵੀਜ਼ ਦੇ ਬਾਰੇ ਗੱਲਬਾਤ ਹੈ, ਕੋਈ ਮਿਊਜ਼ਿਕ ਦਾ ਸੈਕਸ਼ਨ ਹੈ। ਮਤਲਬ ਤੁਹਾਡਾ ਬ੍ਰੇਨ ਬਿਲਕੁਲ ਇੱਕ ਲਾਇਬ੍ਰੇਰੀ ਦੀ ਤਰ੍ਹਾਂ ਹੈ ਜਿਹਦੇ ਵਿੱਚ ਡਿਫਰੈਂਟ ਤਰ੍ਹਾਂ ਦੀਆਂ ਬੁੱਕਸ ਪਈਆਂ ਹੋਈਆਂ ਨੇ, ਡਿਫਰੈਂਟ ਸੈਕਸ਼ਨ ਬਣੇ ਹੋਏ ਨੇ ਅਲਮੀਰਾ ਦੀ ਤਰ੍ਹਾਂ, ਜਿੱਦਾਂ ਤੁਹਾਡੇ ਸਕੂਲ ਕਾਲਜ ਦੀਆਂ ਲਾਇਬ੍ਰੇਰੀਜ਼ ਨੇ, ਬਿਲਕੁਲ ਉਸੇ ਤਰੀਕੇ ਨਾਲ, ਠੀਕ ਹੈ। ਤਾਂ ਇਹ ਜਿਹੜਾ ਸਕੀਮਾ ਹੈ ਨਾ, ਉਹ ਜਿਹੜੀ ਤੁਸੀਂ ਪਿਕਚਰ ਦੱਸੀ ਹੈ ਉਹ ਤੁਹਾਡੇ ਬ੍ਰੇਨ ਦੇ ਵਿੱਚ ਇੱਥੇ ਕਿਤੇ ਨੌਲੇਜ ਪਈ ਹੋਈ ਹੈ, ਠੀਕ ਹੈ। ਇੱਕ ਸਪੋਰਟਸ ਸੈਕਸ਼ਨ ਸੀਗਾ, ਸਪੋਰਟਸ ਸੈਕਸ਼ਨ ਦੇ ਵਿੱਚ ਇੱਕ ਕ੍ਰਿਕਟ ਦਾ ਅੱਗੇ ਸਬ ਸੈਕਸ਼ਨ ਸੀ, ਔਰ ਉਹਦੇ ਵਿੱਚ ਸੀਗਾ ਇੱਕ ਪਲੇਅਰ ਦਾ ਨੇਮ ਜਿਹਨੂੰ ਤੁਸੀਂ ਜਾਣਦੇ ਹੋ ਸਚਿਨ ਤੰਦੂਲਕਰ ਦੇ ਨਾਮ ਦੇ ਨਾਲ, ਜਿੱਥੋਂ ਤੁਸੀਂ ਉਸ ਦਾ ਆਨਸਰ ਦਿੱਤਾ। ਤਾਂ ਇਹ ਕੀ ਚੀਜ਼ ਸੀ ਜਿਹੜੇ ਤੁਹਾਡੇ ਮਾਈਂਡ ਨੇ ਤੁਹਾਨੂੰ ਆਨਸਰ ਦਿੱਤਾ ਬੇਟਾ, ਠੀਕ ਹੈ, ਚੀਜ਼ ਨੂੰ ਦੇਖ ਕੇ ਤੁਹਾਨੂੰ ਦੱਸਿਆ। ਉਹ ਸਾਰਾ ਪ੍ਰੋਸੈਸ ਜਿਹੜਾ ਹੈ ਉਹ ਕਿਸ ਚੀਜ਼ ਦੇ ਨਾਲ ਰਿਲੇਟਡ ਹੈ, ਉਹ ਰਿਲੇਟਡ ਹੈ ਇਹਦੇ ਨਾਲ, ਸਕੀਮਾ ਨਾਲ। ਇਹ ਕੀ ਹੈ, ਇਹ ਸਾਡੇ ਮਾਈਂਡ ਦੇ ਵਿੱਚ ਬਹੁਤ ਛੋਟੇ ਇਨਫੋਰਮੇਸ਼ਨ ਦੇ ਪੀਸਿਸ ਨੇ ਸਾਡੇ ਬ੍ਰੇਨ ਦੇ ਵਿੱਚ ਜਿਹੜੇ ਰਹਿੰਦੇ ਨੇ, ਜਿਨ੍ਹਾਂ ਨੂੰ ਆਪਾਂ ਬੋਲਦੇ ਹਾਂ ਪੌਕਟਸ ਆਫ ਇਨਫੋਰਮੇਸ਼ਨ ਸਟੋਰਡ ਇਨ ਬ੍ਰੇਨ। ਇਸ ਨੂੰ ਆਪਾਂ ਨੈਟ ਆਫ ਨੌਲੇਜ ਵੀ ਬੋਲਦੇ ਹਾਂ ਕਿਉਂਕਿ ਇਹ ਇੱਕ ਤਰ੍ਹਾਂ ਨਾਲ ਪੂਰਾ ਜਾਣਕਾਰੀ ਦਾ ਜਿਹੜਾ ਹੈ ਨੈਟ ਹੁੰਦਾ ਹੈ, ਜਿਹੜਾ ਤੁਹਾਡੇ ਜਨਮ ਤੋਂ ਲੈ ਕੇ ਮੌਤ ਤੱਕ ਜਿਹੜਾ ਹਮੇਸ਼ਾ ਵੱਧਦਾ ਰਹਿੰਦਾ ਹੈ। ਇਸ ਦੇ ਵਿੱਚ ਨਵੀਆਂ ਜਾਣਕਾਰੀਆਂ ਸਟੋਰ ਹੁੰਦੀਆਂ ਰਹਿੰਦੀਆਂ ਨੇ। ਇਨ ਨਟਸ਼ੈਲ ਵਟ ਵੀ ਕੈਨ ਸੇ, ਸਕੀਮਾ ਕੀ ਹੈ, ਸਾਡੇ ਬ੍ਰੇਨ ਦੇ ਵਿੱਚ ਸਟੋਰ ਡਿਫਰੈਂਟ ਟਾਈਪ ਦੀਆਂ ਇਨਫੋਰਮੇਸ਼ਨਸ, ਉਸ ਨੂੰ ਅਸੀਂ ਕੀ ਬੋਲਦੇ ਹਾਂ, ਸਕੀਮਾ। ਪਿਕਚਰ ਨੂੰ ਦੇਖ ਕੇ ਹੀ ਉਸ ਦੇ ਬਾਰੇ ਤੁਹਾਡੇ ਮਾਈਂਡ ਨੇ ਤੁਹਾਨੂੰ ਇੱਕ ਦੱਸ ਦਿੱਤਾ ਕਿ ਇਹ ਕੌਣ ਨੇ। ਤੁਹਾਡੇ ਦਿਮਾਗ 'ਚ ਇਹ ਵੀ ਪਤਾ ਚੱਲ ਗਿਆ ਕਿ ਇਹ ਕ੍ਰਿਕਟਰ ਨੇ, ਇਹਨਾਂ ਨੇ ਸਭ ਤੋਂ ਵੱਧ ਜਿਹੜੀਆਂ ਸੀ ਉਹ ਸੈਂਚੁਰੀਜ਼ ਬਣਾਈਆਂ ਹੋਈਆਂ ਸੀ, ਇੰਡੀਆ ਦੇ ਲਈ ਖੇਡਦੇ ਨੇ, ਸਚਿਨ ਤੰਦੂਲਕਰ ਇਹਨਾਂ ਦਾ ਨਾਮ ਹੈ, ਬੜੀ ਕਲਾਸਿਕ ਗੇਮ ਸੀ ਇਹਨਾਂ ਦੀ। ਉਹ ਸਾਰੀ ਚੀਜ਼ ਜਿਹੜੀ ਹੈ ਨਾ ਤੁਹਾਡੇ ਬ੍ਰੇਨ ਦੇ ਵਿੱਚ ਸਟੋਰ ਹੈ, ਤਾਂ ਉਸਨੇ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਕੱਢ ਕੇ ਦਿੱਤੀਆਂ। ਇਸੇ ਤਰ੍ਹਾਂ ਹੀ ਤੁਹਾਡੇ ਬ੍ਰੇਨ ਦੇ ਵਿੱਚ ਬੇਟੇ ਬਹੁਤ ਸਾਰੀਆਂ ਚੀਜ਼ਾਂ ਸਟੋਰ ਨੇ, ਇਨਫੋਰਮੇਸ਼ਨਸ ਨੇ। ਉਸ ਪੂਰੀ ਇਨਫੋਰਮੇਸ਼ਨਸ ਦੇ ਨੈਟ ਨੂੰ ਅਸੀਂ ਕੀ ਬੋਲਦੇ ਹਾਂ, ਸਕੀਮਾ। ਆਈ ਹੋਪ ਕਿ ਤੁਹਾਨੂੰ ਇਹ ਚੀਜ਼ ਕਲੀਅਰ ਹੋ ਗਈ ਹੋਏਗੀ। ਹੁਣ ਆਪਾਂ ਨੈਕਸਟ ਵਾਲੇ ਦੇ ਉੱਪਰ ਚੱਲਦੇ ਹਾਂ। ਨਾਓ ਆਨਸਰ ਮੀ ਦਿਸ, ਇਹ ਕੌਣ ਨੇ ਜੀ?
ਹੁਣ ਤੱਕ ਦੇਖੋ ਪਹਿਲੀ ਪਿਕਚਰ ਦੇਖੀ, ਤੁਹਾਡੇ ਮਾਈਂਡ ਨੇ ਕੁਇਕ ਨਾਲ ਇੱਕ ਆਨਸਰ ਦੇਤਾ, ਕੁਇਕਲੀ ਸਚਿਨ ਤੰਦੂਲਕਰ। ਇਹ ਪਿਕਚਰ ਦੇਖ ਰਹੇ ਹੋ ਲੇਕਿਨ ਤੁਹਾਡਾ ਮਾਈਂਡ ਕੀ ਆਨਸਰ ਦੇ ਰਿਹਾ ਹੈ? ਕੁਐਸਚਨ ਮਾਰਕ। ਕਿਉਂ? ਕਿਉਂਕਿ ਤੁਹਾਨੂੰ ਇਸ ਚੀਜ਼ ਦੇ ਬਾਰੇ ਪਤਾ ਨਹੀਂ ਹੈ। ਇਹ ਤੁਹਾਡੇ ਲਈ ਇੱਕ ਨਵੀਂ ਇਨਫੋਰਮੇਸ਼ਨ ਹੈ। ਜਿਹੜੀ ਚੀਜ਼ ਤੁਹਾਡੇ ਲਈ ਨਵੀਂ ਇਨਫੋਰਮੇਸ਼ਨ ਹੈ, ਮਾਈਂਡ ਉਹਨੂੰ ਤੁਹਾਨੂੰ ਜਿਹੜਾ ਹੈ ਉਹ ਆਨਸਰ ਨਹੀਂ ਦੇ ਰਿਹਾ, ਰਾਈਟ। ਤਾਂ ਇਹ ਫਿਰ ਕੀ ਚੀਜ਼ ਹੈ ਜੀ? ਅਸਿਮੀਲੇਸ਼ਨ। ਦੇਖੋ ਹੁਣ ਮੈਂ ਤੁਹਾਨੂੰ ਇਹਦੇ ਬਾਰੇ ਦੱਸ ਰਿਹਾ। ਇਹ ਕੌਣ ਨੇ? ਹੀ ਵਾਜ਼ ਕੈਪਟਨ ਆਫ ਕੀਨੀਆ ਕ੍ਰਿਕਟ ਟੀਮ। ਕੋਲਿਨ ਓਬੋਇਆ ਇਹਨਾਂ ਦਾ ਨੇਮ ਹੈ ਜੀ। ਕੀਨੀਆ ਦੀ ਕ੍ਰਿਕਟ ਟੀਮ ਦੇ ਵੱਲੋਂ ਕੈਪਟਨੈਂਸੀ ਕਰਦੇ ਰਹੇ ਨੇ, ਲੇਕਿਨ ਹੁਣ ਜਿਹੜੇ ਨੇ ਕੈਪਟਨੈਂਸੀ ਤੋਂ ਰਿਟਾਇਰ ਹੋ ਚੁੱਕੇ ਨੇ। ਕੀਨੀਆ ਦੀ ਕ੍ਰਿਕਟ ਟੀਮ ਦੇ ਕੈਪਟਨ ਰਹਿ ਚੁੱਕੇ ਨੇ। ਨਾਓ ਅਸਿਮੀਲੇਸ਼ਨ ਕੀ ਹੈ? The process through which we take in new information and fit them into our existing ideas। ਨਵੀਂ ਇਨਫੋਰਮੇਸ਼ਨ, ਕੋਈ ਵੀ ਨਵੀਂ ਇਨਫੋਰਮੇਸ਼ਨ ਲੈਣੀ ਔਰ ਉਸ ਇਨਫੋਰਮੇਸ਼ਨ ਨੂੰ ਆਪਣੇ ਸਕੀਮਾਂ ਦੇ ਵਿੱਚ ਜਿਹੜਾ ਸਟੋਰ ਕਰ ਦੇਣਾ, ਉਸ ਨੂੰ ਬੇਟੇ ਕੀ ਕਵਾਂਗੇ? ਅਸਿਮੀਲੇਸ਼ਨ। ਪਹਿਲਾਂ ਤੁਹਾਡੇ ਕੋਲ ਇੱਕ ਜਾਣਕਾਰੀ ਹੈ ਕ੍ਰਿਕਟਰਸ ਦੀ, ਤੁਹਾਡੇ ਮਾਈਂਡ ਦੇ ਵਿੱਚ ਇੱਕ ਬਣਿਆ ਹੋਇਆ ਹੈ ਖਾਨਾ ਸਪੋਰਟਸ ਦਾ, ਉਹਦੇ ਵਿੱਚ ਕ੍ਰਿਕਟ ਔਰ ਉੱਥੇ ਨਏ ਪਲੇਅਰ ਨੇ ਕ੍ਰਿਕਟਸ ਦੇ, ਜਿਨ੍ਹਾਂ ਦੇ ਵਿੱਚ ਤੁਹਾਡੇ ਕੋਲ ਸਚਿਨ ਤੰਦੂਲਕਰ, ਵਿਰਾਟ ਕੋਹਲੀ, ਸ਼ਾਹਿਦ ਅਫਰੀਦੀ ਔਰ ਡਿਫਰੈਂਟ ਟਾਈਪ ਦੇ ਜਿਹੜੇ ਵੀ ਤੁਹਾਡੇ ਪਲੇਅਰ ਪਸੰਦੀਦਾ ਨੇ ਉੱਥੇ, ਉਹ ਉਹਨਾਂ ਦੀ ਜਾਣਕਾਰੀਆਂ ਸੀ। ਉੱਥੇ ਹੀ ਇਹ ਕਿ ਨਵੀਂ ਜਾਣਕਾਰੀ ਜਿਹੜੀ ਉਹ ਸਟੋਰ ਹੋ ਗਈ। ਤਾਂ ਜਦੋਂ ਅਸੀਂ ਕੋਈ ਵੀ ਨਵੀਂ ਜਾਣਕਾਰੀ ਬੇਟਾ ਆਪਣੇ ਮਾਈਂਡ ਨੂੰ ਦਿੰਦੇ ਹਾਂ, ਆਪਣੇ ਸਕੀਮਾਂ ਦੇ ਵਿੱਚ ਫਿੱਟ ਕਰਦੇ ਹਾਂ, ਤਾਂ ਉਸ ਨੂੰ ਅਸੀਂ ਕੀ ਬੋਲਦੇ ਹਾਂ? ਅਸਿਮੀਲੇਸ਼ਨ, ਰਾਈਟ। ਆਈ ਹੋਪ ਕਿ ਤੁਹਾਨੂੰ ਇਸ ਪਿਕਚਰ ਦੀ ਜਿਹੜੀ ਐਗਜ਼ਾਮਪਲ ਦੇ ਨਾਲ ਇਹ ਚੀਜ਼ ਥੋੜੀ ਵਧੀਆ ਕਲੀਅਰ ਹੋ ਗਈ ਹੋਏਗੀ। ਸਕੀਮਾ ਕੀ ਹੁੰਦਾ ਹੈ, ਅਸਿਮੀਲੇਸ਼ਨ ਕੀ ਹੁੰਦੀ ਹੈ। ਨੈਕਸਟ ਅੱਗੇ ਵੱਧਦੇ ਹਾਂ ਬੇਟੇ। ਅੱਗੇ ਜਾ ਕੇ ਆਉਂਦਾ ਹੈ ਬੇਟਾ ਜੀ ਤੁਹਾਡੇ ਅਕਮੋਡੇਸ਼ਨ। ਅਕਮੋਡੇਸ਼ਨ ਕੀ ਚੀਜ਼ ਹੈ ਜੀ? The process of accommodation involve changing one's existing schema or idea as a result of new information or new experience। ਦੇਖੋ ਹੁਣ ਸਭ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਇਨਫੋਰਮੇਸ਼ਨ ਹੈ। ਕੀ ਹੈ ਜੀ ਇਨਫੋਰਮੇਸ਼ਨ ਤੁਹਾਡੇ ਮਾਈਂਡ ਦੇ ਵਿੱਚ? ਕਿ ਇਹ ਜਿਹੜਾ ਹੈ ਇਹ ਕੈਟ ਹੈ। ਇੱਕ ਛੋਟੇ ਬੱਚੇ ਨੇ ਸਿੱਖ ਲਿਆ ਕਿ ਇਹ ਕੈਟ ਹੁੰਦੀ ਹੈ, ਇਹਨੂੰ ਅਸੀਂ ਕੈਟ ਬੋਲਦੇ ਹਾਂ, ਠੀਕ ਹੈ। ਫਿਰ ਉਹਨੇ ਕੀ ਕੀਤਾ, ਉਸ ਨੂੰ ਇੱਕ ਸ਼ੇਰ ਦਾ ਬੱਚਾ ਦਿਖਿਆ, ਕਬ ਦਿਖਿਆ, ਜਿਸ ਦੀ ਸ਼ਕਲ ਥੋੜੀ ਜਿਹੀ ਕੈਟ ਨਾਲ ਮਿਲਦੀ ਜੁਲਦੀ ਸੀ। ਉਹ ਕੀ ਦੇ ਕਿਹਾ ਹੈ, ਉਹ ਇਸ ਨੂੰ ਕੈਟ ਕਹਿ ਰਿਹਾ ਹੈ, ਬਟ ਉਸਦੀ ਜਿਹੜੀ ਵੱਡੀ ਸਿਸਟਰ ਜਿਹਨੂੰ ਇਸ ਚੀਜ਼ ਦੀ ਨੌਲੇਜ ਹੈ, ਉਹਨੂੰ ਦੱਸ ਰਹੀ ਕਿ ਨੋ ਇਹ ਕੈਟ ਨਹੀਂ, ਇਹ ਕੈਬ ਹੈ। ਤਾਂ ਹੁਣ ਦੇਖੋ ਉਸ ਬੱਚੇ ਨੇ ਫਿਰ ਕੀ ਕੀਤਾ, ਉਸਨੇ ਉਸ ਨਵੇਂ ਆਪਣੇ ਸਕੀਮਾਂ ਨੂੰ, ਜਿਹੜਾ ਉਹਦੀ ਨੌਲੇਜ ਸੀਗੀ ਉਸਦੇ ਮਾਈਂਡ ਦੇ ਵਿੱਚ, ਉਸ ਨੂੰ ਉਹਨੇ ਅਪਡੇਟ ਕਰ ਲਿਆ। ਪਹਿਲਾਂ ਉਹਦੇ ਕੋਲ ਸਕੀਮਾ ਕੀ ਬਣਿਆ ਹੋਇਆ ਹੈ, ਇਨਫੋਰਮੇਸ਼ਨ ਕੀ ਹੈ ਕਿ ਜਿਹੜਾ ਇੱਕ ਕੈਟ ਦੀ ਤਰ੍ਹਾਂ ਦਿਖਾਈ ਦੇ ਰਿਹਾ ਉਹ ਬਿੱਲੀ ਹੀ ਹੁੰਦੀ ਹੈ, ਉਹਦੇ ਵਰਗੀਆਂ ਸਾਰੀਆਂ ਚੀਜ਼ਾਂ ਬਿੱਲੀ ਹੀ ਹੋਣਗੀਆਂ। ਜ਼ਬਰਦਸਤੀ ਉਹ ਦੂਜੀ ਚੀਜ਼ ਨੂੰ ਉਹਦੇ ਨਾਲ ਮੇਲਣ ਦੀ ਕੋਸ਼ਿਸ਼ ਕਰ ਰਿਹਾ। ਲੇਕਿਨ ਜਦੋਂ ਉਸ ਦੇ ਵਿੱਚ ਥੋੜੀ ਅਪਡੇਸ਼ਨ ਹੋਈ, ਠੀਕ ਹੈ ਨਾ, ਇੱਕ ਨਵੀਂ ਚੀਜ਼ ਉਸ ਨੂੰ ਪਤਾ ਚੱਲੀ ਕਿ ਨਹੀਂ, ਹਰ ਉੱਦਾਂ ਦੀ ਇਹ ਜਿਹੜਾ ਹੈ ਉਹਦੇ ਵਿੱਚ ਕੁਝ ਡਿਫਰੈਂਸਸ ਨੇ। ਬਿੱਲੀ ਔਰ ਕਬ ਜਿਹੜਾ ਹੈ ਉਹ ਡਿਫਰੈਂਟ ਨੇ। ਕੈਟ ਐਂਡ ਕਬ ਆਰ ਟੂ ਡਿਫਰੈਂਟ ਥਿੰਗਸ, ਠੀਕ ਹੈ, ਉਹ ਟੂ ਡਿਫਰੈਂਟ ਐਨੀਮਲਸ ਨੇ। ਤਾਂ ਫਿਰ ਉਹਦੇ ਵਿੱਚ ਕੀ ਆ ਗਿਆ, ਕੁਝ ਚੇਂਜਸ ਆਏ ਉਸ ਦੀ ਸਕੀਮਾਂ ਦੇ ਵਿੱਚ, ਠੀਕ ਹੈ। ਤਾਂ ਉਸ ਚੀਜ਼ ਨੂੰ ਬੇਟੇ ਅਸੀਂ ਬੋਲਦੇ ਹਾਂ ਅਕਮੋਡੇਸ਼ਨ। ਦ ਪ੍ਰੋਸੈਸ ਆਫ ਅਕਮੋਡੇਸ਼ਨ ਇਨਵੋਲਵ ਚੇਂਜਿੰਗ ਵਨਸ ਐਗਜ਼ਿਸਟਿੰਗ ਸਕੀਮਾ। ਜੋ ਸਕੀਮਾ ਤੁਹਾਡੇ ਮਾਈਂਡ ਦੇ ਵਿੱਚ ਹੈ ਉਸ ਨੂੰ ਚੇਂਜ ਹੋਣਾ, ਉਹਨੂੰ ਅਸੀਂ ਕੀ ਬੋਲਦੇ ਹਾਂ? ਅਕਮੋਡੇਸ਼ਨ। ਜੋ ਪਹਿਲੇ ਆਈਡੀਆਜ਼ ਨੇ ਉਹਨਾਂ ਦੇ ਵਿੱਚ ਥੋੜੀ ਬਹੁਤੀ ਚੇਂਜ ਆ ਗਈ ਔਰ ਰਿਜ਼ਲਟ ਦੇ ਵਿੱਚ ਇੱਕ ਨਵੀਂ ਇਨਫੋਰਮੇਸ਼ਨ ਔਰ ਇੱਕ ਨਵਾਂ ਐਕਸਪੀਰੀਅੰਸ ਬਣ ਗਿਆ, ਉਸ ਨੂੰ ਅਸੀਂ ਕੀ ਬੋਲਾਂਗੇ? ਅਕਮੋਡੇਸ਼ਨ। ਤੁਹਾਡੇ ਕੋਲ ਕੋਈ ਨੌਲੇਜ ਹੈ, ਉਹ ਨੌਲੇਜ ਜਿਹੜੀ ਹੈ ਉਹ ਪੂਰੀ ਨਹੀਂ ਸੀ, ਉਹਦੇ ਨਾਲ ਤੁਸੀਂ, ਜਾਂ ਉਹ ਨੌਲੇਜ ਗਲਤ ਸੀ, ਜਦੋਂ ਤੁਸੀਂ ਇੱਕ ਨਵੀਂ ਨੌਲੇਜ ਲਈ ਔਰ ਉਹਦੇ ਨਾਲ ਜਦੋਂ ਤੁਹਾਨੂੰ ਆਪਣੇ ਪ੍ਰੀਵੀਅਸ ਚੀਜ਼ ਨੂੰ ਜਿਹੜਾ ਚੇਂਜ ਕਰਨਾ ਪੈ ਗਿਆ, ਤਾਂ ਉਹ ਕੀ ਹੈ? ਅਕਮੋਡੇਸ਼ਨ ਕਰਨਾ। ਨਵੀਂ ਨੌਲੇਜ ਨੂੰ ਤੁਸੀਂ ਅਕਮੋਡੇਟ ਕਰ ਲਿਆ। ਤੁਹਾਡਾ ਜਿਹੜਾ ਐਗਜ਼ਿਸਟਿੰਗ ਸਕੀਮਾ ਸੀ ਉਸ ਦੇ ਵਿੱਚ ਕੁਝ ਅਪਡੇਸ਼ਨਸ ਜਾਂ ਕੁਝ ਜਿਹੜੀਆਂ ਨੇ ਉਹ ਮੋਡੀਫਿਕੇਸ਼ਨ ਹੋਈਆਂ, ਉਸ ਚੀਜ਼ ਨੂੰ ਅਸੀਂ ਕੀ ਬੋਲਦੇ ਹਾਂ? ਅਕਮੋਡੇਸ਼ਨ। ਇਸ ਪਿਕਚਰ ਦੀ ਮਦਦ ਦੇ ਨਾਲ ਬੇਟਾ ਇਹ ਤੁਹਾਨੂੰ ਥੋੜੀ ਚੀਜ਼ ਜਿਹੜੀ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਕਲੀਅਰ ਹੋ ਜਾਏਗੀ। ਨੈਕਸਟ ਆਉਂਦਾ ਜੀ ਬੇਟੇ ਇਕੁਇਲੀਬ੍ਰਮ। ਇਕੁਇਲੀਬ੍ਰਮ ਕੀ ਚੀਜ਼ ਹੈ? ਦੇਖੋ ਅਸਿਮੀਲੇਸ਼ਨ ਕੀ ਹੈ, ਇੱਕ ਤੁਸੀਂ ਕੋਈ ਨਵੀਂ ਇਨਫੋਰਮੇਸ਼ਨ ਆਪਣੇ ਮਾਈਂਡ ਦੇ ਵਿੱਚ ਪਾ ਲਈ, ਠੀਕ ਹੈ ਨਾ, ਨਿਊ ਜਿਹੜਾ ਤੁਹਾਡਾ ਨਵੀਆਂ ਚੀਜ਼ਾਂ ਜਿਹੜੀਆਂ ਨੇ ਉਹ ਐਂਟਰ ਕਰਦੇ ਹੋ। ਔਰ ਅਕਮੋਡੇਸ਼ਨ ਕੀ ਹੈ, ਜਿਹੜੀ ਪਹਿਲੀ ਨੌਲੇਜ ਹੁੰਦੀ ਹੈ ਉਸ ਨੂੰ ਤੁਸੀਂ ਸੁਧਾਰ ਕਰਦੇ ਹੋ। ਬੱਚੇ ਨੇ ਪਹਿਲਾਂ ਸਿੱਖਿਆ ਕਿ ਜਿਹੜਾ ਇੱਕ ਕੀ ਚੀਜ਼ ਹੁੰਦੀ ਹੈ ਜੀ, ਇੱਕ ਕੈਟ ਹੁੰਦੀ ਹੈ, ਰਾਈਟ। ਔਰ ਫਿਰ ਉਸਨੇ ਕੀ ਕੀਤਾ ਸੀ, ਕੈਟ ਵਰਗੇ ਹੀ ਕਬ ਨੂੰ ਉਹਨੇ ਕੈਟ ਕਿਹਾ, ਜਿਸ ਨੂੰ ਕਿ ਉਹਦੀ ਸਿਸਟਰ ਨੇ ਸੁਧਾਰ ਕੀਤਾ, ਟਰੂ ਕੀਤਾ ਕਿ ਨਹੀਂ ਬੱਚੇ ਇਹ ਕਬ ਨਹੀਂ, ਇਹ ਸੌਰੀ ਇਹ ਕੈਟ ਨਹੀਂ, ਇਹ ਕਬ ਹੈ। ਤਾਂ ਉਸਨੇ ਇੱਕ ਨਵੀਂ ਨੌਲੇਜ, ਉਸ ਦਾ ਜੋ ਪਹਿਲਾਂ ਸਕੀਮਾ ਸੀਗਾ ਜਾਂ ਅਸਿਮੀਲੇਸ਼ਨ ਸੀ, ਉਸ ਨੂੰ ਚੇਂਜ ਕਰ ਲਿਆ, ਅਕੋਮੋਡੇਟ ਕਰ ਲਿਆ। ਮਤਲਬ ਇਹ
ਕਿ ਬੱਚੇ ਦੀ ਜੋ ਨੌਲੇਜ ਸੀਗੀ, ਬੱਚੇ ਦੀ ਜੋ ਨੌਲੇਜ ਸੀਗੀ ਕੈਟ ਦੇ ਬਾਰੇ ਔਰ ਜੋ ਨੌਲੇਜ ਕਬ ਦੇ ਬਾਰੇ, ਜੋ ਉਹਦਾ ਡਿਫਰੈਂਸ ਹੈ, ਜੋ ਐਕਚੁਅਲ ਦੇ ਵਿੱਚ ਡਿਫਰੈਂਸ ਹੈ, ਉਸ ਚੀਜ਼ ਨੂੰ ਬੱਚੇ ਨੇ ਐਕਸੈਪਟ ਕਰ ਲਿਆ ਔਰ ਆਪਣੇ ਸਕੀਮਾਂ ਨੂੰ ਅਪਡੇਟ ਕਰ ਲਿਆ। ਇਹੀ ਹੈ ਇਕੁਇਲਿਬਰਮ। ਇਕੁਇਲਿਬਰਮ ਕੀ ਹੈ? ਜਦੋਂ ਤੁਸੀਂ ਜੋ ਐਕਚੁਅਲ ਦੇ ਵਿੱਚ ਰਿਐਲਿਟੀ ਹੈ ਇਨਵਾਇਰਮੈਂਟ ਦੀ, ਸੁਸਾਇਟੀ ਦੀ, ਜਦੋਂ ਤੁਸੀਂ ਉਸ ਦੀ ਸੁਸਾਇਟੀ ਨੂੰ ਐਕਸੈਪਟ ਕਰਦੇ ਹੋ ਔਰ ਉਹਦੇ ਨਾਲ ਆਪਣੀ ਨੌਲੇਜ ਨੂੰ ਮੈਚ ਲੈਂਦੇ ਹੋ, that is known as cognitive equilibrium. It is a state of balance between individuals' mental schema or framework and the environment. ਇਨਵਾਇਰਮੈਂਟ ਦੀ ਚੀਜ਼ ਜੋ ਹੈ ਔਰ ਤੁਹਾਡੇ ਮੈਂਟਲੀ ਸਕੀਮਾ ਜੋ ਹੈ, ਉਹਨਾਂ ਦੋਨਾਂ ਦੇ ਵਿੱਚ ਜਦੋਂ ਇਕੁਐਲਿਟੀ ਆ ਜਾਂਦੀ ਹੈ ਤਾਂ ਉਸ ਨੂੰ ਆਪਾਂ ਕੀ ਬੋਲਦੇ ਹਾਂ? ਇਕੁਇਲਿਬਰਮ। ਦੇਖੋ ਬੱਚਾ ਪਹਿਲਾਂ ਕਬ ਨੂੰ ਕੈਟ ਕਹਿ ਰਿਹਾ ਸੀ, ਦੈਟ ਇਜ਼ ਨਾਟ ਦਾ ਸਟੇਟ ਆਫ ਇਕੁਇਲਿਬਰਮ, ਠੀਕ ਹੈ। ਲੇਕਿਨ ਜਦੋਂ ਬੱਚੇ ਨੇ ਉਸ ਕਬ ਨੂੰ ਕਬ ਕਿਹਾ ਔਰ ਕੈਟ ਨੂੰ ਕੈਟ ਕਿਹਾ, ਮਤਲਬ ਉਸ ਨੂੰ ਕੈਟ ਔਰ ਕਬ ਦਾ ਡਿਫਰੈਂਸ ਪਤਾ ਚੱਲ ਗਿਆ, ਤਾਂ ਹੁਣ ਕੀ ਹੋ ਗਿਆ? ਉਸ ਦੇ ਮੈਂਟਲ ਫਰੇਮਵਰਕ ਦੀਆਂ ਜਿਹੜੀ ਸੀਗੀ ਇਨਫੋਰਮੇਸ਼ਨ ਸੀਗੀ, ਸਕੀਮਾ ਜੋ ਸੀਗਾ ਉਸ ਦਾ ਔਰ ਇਨਵਾਇਰਮੈਂਟ ਦੇ ਵਿੱਚ ਜਿਹੜੀ ਚੀਜ਼ ਸੀਗੀ, ਉਹਨਾਂ ਦੋਨਾਂ ਦੇ ਵਿੱਚ ਜਿਹੜੀ ਉਹ ਇਕੁਐਲਿਟੀ ਆ ਗਈ, ਉਹਨਾਂ ਦੋਨਾਂ ਦੀ ਜਿਹੜੀ ਹੈ ਉਹ ਬਰਾਬਰਤਾ ਆ ਗਈ ਹੈ, ਬੈਲੈਂਸ ਹੋ ਗਿਆ ਹੈ, ਤਾਂ ਉਹ ਜਿਹੜੀ ਹੈ ਸਟੇਜ, ਉਸ ਨੂੰ ਅਸੀਂ ਕੀ ਬੋਲਦੇ ਹਾਂ? ਇਕੁਇਲਿਬਰਮ, ਰਾਈਟ। ਸੋ ਇਹ ਸੀਗੀ ਬੇਟਾ ਆਪਣੀ ਪੂਰੀ ਥਿਊਰੀ ਦੀਆਂ ਜਿਹੜੀਆਂ ਸੀਗੀਆਂ ਸਟੇਟਸ ਤੁਹਾਡੀਆਂ, ਕਿ ਉਹ ਕਿਸ ਤਰੀਕੇ ਨਾਲ ਹੁੰਦੀ ਹੈ ਜਾਂ ਕੀ ਇਹਦੀਆਂ ਮੇਨ ਉਹ ਸੀਗੀਆਂ ਤੁਹਾਡੀਆਂ ਟਰਮਸ। ਨੈਕਸਟ ਦੇ ਵਿੱਚ ਆਪਾਂ ਜਿਹੜੀ ਹੈ ਇਸ ਥਿਊਰੀ ਦੇ ਜਿਹੜੇ ਨੇ ਬਾਕੀ ਦੇ ਪਾਰਟ ਨੂੰ ਜਿਹੜਾ ਉਹ ਡਿਸਕਸ ਕਰਾਂਗੇ ਕਿ ਉਹਦੇ ਵਿੱਚ ਕਿਹੜੀਆਂ ਸਟੇਜਸ ਆਉਂਦੀਆਂ ਨੇ ਔਰ ਕਿਹੜੀਆਂ ਹੋਰ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਉਹ ਆਉਂਦੀਆਂ ਨੇ। ਥੈਂਕ ਯੂ ਬੇਟਾ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਦੇਖਣ ਲਈ। ਔਰ ਅਗਰ ਤੁਹਾਨੂੰ ਵੀਡੀਓ ਪਸੰਦ ਆ ਰਹੀਆਂ ਨੇ, ਸਾਡੀ ਟੀਮ ਦੇ ਵੱਲੋਂ ਕੀਤੇ ਜਾ ਰਹੇ ਐਫਰਟ ਚੰਗੇ ਲੱਗ ਰਹੇ ਨੇ, ਦੈਨ ਪਲੀਜ਼ ਤੁਸੀਂ ਆਪਣੇ ਬਾਕੀ ਸਾਥੀਆਂ ਦੇ ਨਾਲ ਵੀ ਇਸ ਚੈਨਲ ਨੂੰ ਜਿਹੜਾ ਉਹ ਸ਼ੇਅਰ ਕਰੋ, ਲਾਈਕ ਕਰੋ ਔਰ ਵੱਧ ਤੋਂ ਵੱਧ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ ਬੇਟਾ, ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ।